ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਮੇਲ ਸਿੰਘ ਸਾਗੂ DM ਇੰਗਲਿਸ਼ SS ਸ਼੍ਰੀ ਮੁਕਤਸਰ ਸਾਹਿਬ। ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਗੂਗਲ ਕਲਾਸਰੂਮ ਦੇ ਬਾਰੇ। ਤਾਂ ਅੱਜ ਆਨਲਾਈਨ ਐਜੂਕੇਸ਼ਨ ਦੇ ਇਸ ਦੌਰ ਦੇ ਵਿੱਚ ਜਦੋਂ ਆਪਾਂ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਮਟੀਰੀਅਲ ਭੇਜ ਰਹੇ ਹਾਂ, ਜਿਵੇਂ ਕਿ PDF ਫਾਰਮਸ PDF ਬੁੱਕਸ ਹੋ ਗਈਆਂ, ਜਾਂ ਐਕਸਰਸਾਈਜ਼ ਆਪਾਂ ਉਹਨਾਂ ਨੂੰ ਭੇਜਦੇ ਡੇਲੀ ਡੋਜ਼ ਦੇ ਰੂਪ ਵਿੱਚ ਛੋਟੇ PDF ਬਣਾ ਕੇ ਭੇਜਦੇ ਪਏ ਹਾਂ। ਆਪਾਂ ਉਹਨਾਂ ਨੂੰ ਆਡੀਓ ਵੀਡੀਓ ਬਣਾ ਕੇ ਭੇਜ ਰਹੇ ਹਾਂ, ਜਾਂ ਗੂਗਲ ਕੁਇਜ਼ ਵਗੈਰਾ ਜਿਹੜੀਆਂ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਆਰਗੇਨਾਈਜ਼ ਰੂਪ ਦੇਣ ਦੇ ਵਾਸਤੇ, ਇੱਕ ਸਿਸਟਮੈਟਿਕ ਢੰਗ ਨਾਲ ਪੇਸ਼ ਕਰਨ ਵਾਸਤੇ ਸਾਨੂੰ ਇੱਕ ਵੱਖਰੇ ਪਲੇਟਫਾਰਮ ਦੀ ਲੋੜ ਹੈ। ਕਿਉਂਕਿ ਗੂਗਲ ਦੇ ਜਿਹੜੇ WhatsApp ਦੇ ਗਰੁੱਪਸ ਵਗੈਰਾ ਆਪਾਂ ਬਣਾਏ ਹੋਏ ਆ, ਉਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਆ ਜਾਂਦੀਆਂ। ਸੋ ਉਹਨਾਂ ਦੇ ਹੱਲ ਦੇ ਰੂਪ ਦੇ ਵਿੱਚ ਜਿਹੜਾ ਇਹ ਗੂਗਲ ਕਲਾਸਰੂਮ ਹੈ, ਇਹ ਸਾਡੀ ਬਹੁਤ ਵਧੀਆ ਹੈਲਪ ਕਰ ਸਕਦਾ। ਗੂਗਲ ਕਲਾਸਰੂਮ ਜਿਹੜਾ ਹੈ ਇਹ ਅਸੀਂ ਇਹਨੂੰ ਆਪਣੇ ਲੈਪਟਾਪ ਦੇ ਉੱਤੇ ਜਾਂ ਡੈਸਕਟਾਪ ਕੰਪਿਊਟਰ ਦੇ ਉੱਤੇ ਵੀ ਇਸਤੇਮਾਲ ਕਰ ਸਕਦੇ ਹਾਂ, ਅਤੇ ਆਪਣੇ ਮੋਬਾਈਲ ਫੋਨ ਦੇ ਉੱਤੇ ਵੀ ਯੂਜ਼ ਕਰ ਸਕਦੇ ਹਾਂ। ਇਹ ਐਂਡਰੋਇਡ ਅਤੇ ਐਪਲ ਦੋਨਾਂ ਦੇ ਵਿੱਚ ਹੀ ਇਹ ਜਿਹੜਾ ਇਹਦੀ ਐਪ ਜਿਹੜੀ ਆ ਉਹ ਅਵੇਲੇਬਲ ਹੈਗੀ ਆ। ਸੋ ਪਹਿਲਾਂ ਆਪਾਂ ਇਹਦੇ ਕੰਪਿਊਟਰ ਵਰਸ਼ਨ ਦੀ ਇੱਥੇ ਗੱਲ ਕਰਾਂਗੇ, ਕਿਉਂਕਿ ਇਹਦੇ ਵਿੱਚ ਇਹਦੇ ਸਾਰੇ ਫੀਚਰਸ ਹੀ ਜਿਹੜੇ ਆ ਉਹ ਆ ਜਾਂਦੇ ਆ, ਅਤੇ ਆਪਾਂ ਉਹਨਾਂ ਸਾਰੇ ਫੀਚਰਸ ਦੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਇਹਦਾ ਮੋਬਾਈਲ ਵਰਸ਼ਨ ਹੈਗਾ ਉਹ ਵੀ ਜ਼ਰੂਰ ਦੇਖਾਂਗੇ। ਸੋ ਮੈਂ ਹੁਣ ਪਹਿਲਾਂ ਸ਼ੁਰੂ ਕਰਨ ਜਾ ਰਿਹਾ ਤੁਹਾਡੇ ਨਾਲ। ਤਾਂ ਗੂਗਲ ਕਲਾਸਰੂਮ ਜਿਹੜਾ ਹੈਗਾ ਇਹਨੂੰ ਖੋਲ੍ਹਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਗੂਗਲ 'ਤੇ ਗਏ। google.com ਜਿਹੜੀ ਹੈਗੀ ਉਹ ਆਪਾਂ ਖੋਲ੍ਹਦੇ ਹਾਂ, ਜਾਂ ਗੂਗਲ ਦਾ ਜਿਹੜਾ ਹੋਮ ਪੇਜ ਹੈ। ਸੋ ਇਹਦੇ ਵਿੱਚ ਆਪਾਂ ਲੌਗਇਨ ਕੀਤਾ ਹੋਇਆ ਹੁੰਦਾ। ਅਕਸਰ ਤਾਂ ਉਹ ਜੇ ਨਹੀਂ ਲੌਗਇਨ ਕੀਤਾ ਹੋਇਆ ਤਾਂ ਜਿੱਥੇ ਇੱਥੇ ਤੁਸੀਂ ਰਾਈਟ ਸਾਈਡ 'ਤੇ C ਦੇਖ ਰਹੇ ਹੋ ਉੱਥੇ ਤੁਹਾਨੂੰ ਕੁਛ ਨਹੀਂ ਦਿਖਾਈ ਦੇਵੇਗਾ। ਜੇ ਲੌਗਇਨ ਕੀਤਾ ਹੋਇਆ ਤਾਂ ਇੱਕ ਇਹ ਵੀ ਤੁਹਾਨੂੰ ਜਿਹੜੇ 9 ਬਿੰਦੀਆਂ ਜਿਹੜੀਆਂ ਇਹ ਦਿਖਾਈ ਦੇ ਰਹੀਆਂ ਹੋਣਗੀਆਂ। ਇਹਨੂੰ ਜਦੋਂ ਆਪਾਂ ਖੋਲਾਂਗੇ ਤਾਂ ਇਹਦੇ ਵਿੱਚ ਵੱਖਰੀਆਂ ਵੱਖਰੀਆਂ ਐਪਸ ਜਿਹੜੀਆਂ ਗੂਗਲ ਦੀਆਂ ਉਹ ਦਿਖ ਰਹੀਆਂ। ਇਹਦੇ ਵਿੱਚ ਜਿਹੜਾ ਸਭ ਤੋਂ ਨੀਚੇ ਦੇਖੋ ਤੁਹਾਨੂੰ ਇੱਥੇ ਕਾਂਟੈਕਟਸ ਹੈ, ਇੱਥੇ ਕਲਾਸਰੂਮ ਉੱਥੇ ਦਿਖਾਈ ਦੇ ਰਿਹਾ। ਜੇ ਉੱਥੇ ਨਾ ਵੀ ਹੋਵੇ ਤਾਂ classroom.google.com ਖੋਲ੍ਹ ਕੇ ਤੁਸੀਂ ਗੂਗਲ ਕਲਾਸਰੂਮ ਜਿਹੜਾ ਹੈਗਾ ਇਹਦੇ ਹੋਮ ਪੇਜ 'ਤੇ ਪਹੁੰਚ ਸਕਦੇ ਹੋ। ਇਹ ਇਹਦਾ ਹੋਮ ਪੇਜ ਹੈ। ਇੱਕ ਪੌਪਅਪ ਮੈਸੇਜ ਹੈ, ਆਪਾਂ ਇਹਨੂੰ ਬੰਦ ਕਰ ਦਿੰਦੇ ਹਾਂ। ਇਹ ਕਲਾਸਰੂਮ ਦੇ ਵਿੱਚ ਯੂਜ਼ੂਅਲੀ ਜਦੋਂ ਪਹਿਲੀ ਵਾਰੀ ਜੇ ਕਿਸੇ ਨੇ ਖੋਲ੍ਹਿਆ ਹੋਊਗਾ ਤਾਂ ਉਹਨੂੰ ਖਾਲੀ ਮਿਲੇਗਾ, ਪਰ ਇੱਥੇ ਤੁਸੀਂ ਇੱਕ ਲੈਫਟ ਸਾਈਡ ਦੇ ਉੱਤੇ ਇੱਕ ਚੌਰਸ ਬਾਕਸ ਦੇਖ ਰਹੇ ਹੋ ਜਿਹਦੇ ਵਿੱਚ ਸਪੈਨਿਸ਼ 2 ਲਿਖਿਆ ਹੋਇਆ। ਇਹ ਇਸ ਕਰਕੇ ਕਿਉਂਕਿ ਇੱਕ ਕਲਾਸ ਪਹਿਲਾਂ ਮੈਂ ਬਣਾ ਰੱਖੀ ਹੈ। ਸੋ ਗੂਗਲ ਕਲਾਸਰੂਮ ਇੱਕ LMS ਹੈ, ਲਰਨਿੰਗ ਮੈਨੇਜਮੈਂਟ ਸਿਸਟਮ ਹੈ। ਸੋ ਇਹਨੂੰ ਮੈਨੇਜ ਕਰਨ ਦੇ ਜਿਹੜੇ ਵੱਖ-ਵੱਖ ਤਰੀਕੇ ਹੈਗੇ ਉਹ ਆਪਾਂ ਸਿੱਖਾਂਗੇ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਡਾ ਕੰਮ ਹੁੰਦਾ ਹੈ ਉਹ ਇੱਕ ਕਲਾਸ ਕ੍ਰੀਏਟ ਕਰਨਾ ਜਾਂ ਕਲਾਸ ਨੂੰ ਐਡ ਕਰਨਾ। ਸੋ ਇੱਥੇ ਇੱਕ ਪਲੱਸ ਦਾ ਨਿਸ਼ਾਨ ਤੁਸੀਂ ਦੇਖ ਰਹੇ ਹੋ। ਇਹ ਸ਼ਾਇਦ ਕਾਫੀ ਬਰੀਕ ਹੈ, ਮੈਂ ਇਹਨੂੰ ਪਹਿਲਾਂ ਤਾਂ ਫੁੱਲ ਸਕਰੀਨ ਕਰ ਦਿੰਦਾ। ਹਾਂ, ਹੁਣ ਇਹਨੂੰ ਜ਼ੂਮ ਕਰ ਲੈਂਦੇ ਥੋੜ੍ਹਾ ਜਿਹਾ ਆਪਾਂ। ਹਾਂਜੀ, ਠੀਕ ਹੈ। ਤਾਂ ਕ੍ਰੀਏਟ ਔਰ ਜੁਆਇਨ ਆ ਕਲਾਸ ਹੈ ਨਾ। ਹੁਣ ਆਪਾਂ ਇਹਦੇ 'ਤੇ ਕਲਿੱਕ ਕਰਾਂਗੇ। ਸੋ ਸਾਡੇ ਕੋਲ 2 ਆਪਸ਼ਨ ਆ ਗਈਆਂ, ਜੁਆਇਨ ਕਲਾਸ ਔਰ ਕ੍ਰੀਏਟ ਕਲਾਸ। ਆਪਾਂ ਕ੍ਰੀਏਟ ਕਲਾਸ ਦੇ ਉੱਪਰ ਜਾਵਾਂਗੇ। ਸੋ ਇਹਦੇ ਉੱਤੇ ਇੱਕ ਮੈਸੇਜ ਆਇਆ ਹੈਗਾ, ਯੂਜ਼ਿੰਗ ਕਲਾਸਰੂਮ ਐਟ ਅ ਸਕੂਲ ਵਿਦ ਸਟੂਡੈਂਟਸ। ਸੋ ਇਹਦੇ ਵਿੱਚ ਇੱਕ G Suite ਫॉर ਐਜੂਕੇਸ਼ਨ ਦੀ ਗੱਲਬਾਤ ਹੈਗੀ ਹੈ। ਇਹ ਜਿਹੜਾ ਹੈਗਾ ਤੁਸੀਂ ਇਹਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਜਿਹੜੀ ਜਦੋਂ ਤੁਸੀਂ ਗੂਗਲ ਕਲਾਸਰੂਮ ਖੋਲੋਗੇ ਤਾਂ ਇਹਦੇ ਵਿੱਚ ਤੁਸੀਂ ਲੈ ਲੈਣੀ ਹੈ। ਇਹਦੇ ਵਿੱਚ ਪਲਾਨਸ ਵਗੈਰਾ ਇਹਦੇ ਦੱਸੇ ਹੋਏ ਆ। ਸੋ ਆਪਾਂ ਫਿਲਹਾਲ ਆਪਾਂ ਕੀ ਕਰਨਾ, ਆਪਾਂ ਨੀਚੇ ਜਿਹੜਾ ਚੈੱਕ ਬਾਕਸ ਹੈਗਾ I have read and understand the above notice ਵਾਲਾ, ਇਹਨੂੰ ਆਪਾਂ ਕਲਿੱਕ ਕਰਾਂਗੇ। ਇਹਦੇ ਵਿੱਚ ਟਿਕ ਲਗਾਵਾਂਗੇ। ਹਾਂਜੀ, ਅਤੇ ਕੰਟੀਨਿਊ। ਹੁਣ ਆਪਣੇ ਕੋਲ ਆ ਗਿਆ ਕ੍ਰੀਏਟ ਕਲਾਸ। ਸੋ ਇਹਦੇ ਵਿੱਚ 3 ਆਪਸ਼ਨਸ ਹੈਗੀਆਂ, ਕਲਾਸ ਨੇਮ, ਸੈਕਸ਼ਨ, ਸਬਜੈਕਟ। ਸੋ ਇਹ ਜਿਵੇਂ ਹੁਣ ਮੈਂ ਕਲਾਸ ਨੇਮ ਇਹ 'ਤੇ ਰੱਖ ਦਿੱਤਾ ਆਪਣਾ ਇੰਟਰੋਡਕਸ਼ਨ ਟੂ ਇੰਗਲਿਸ਼ ਹੈ ਨਾ। ਸੈਕਸ਼ਨ ਜਿਹੜੇ ਅਜੇ ਬਹੁਤੇ ਨਹੀਂ, ਇੱਕ ਹੀ ਹੈ ਸੈਕਸ਼ਨ। ਫਰਜ਼ ਕਰੋ ਤਾਂ ਨੰਬਰ 1 ਲਿਖਤਾ ਆਪਾਂ। ਥੱਲੇ ਸਬਜੈਕਟ ਲਿਖ ਸਕਦੇ ਹਾਂ, ਜਾਂ ਇਹਦੇ ਵਿੱਚ ਆਪਾਂ ਇਹ ਵੀ ਲਿਖ ਸਕਦੇ ਹਾਂ ਕਲਾਸ ਵਾਈਜ਼ ਵੀ। ਉੱਤੇ ਕਲਾਸ 6th ਤਾਂ ਸਬਜੈਕਟ ਜਿਹੜਾ ਹੈਗਾ ਕੋਈ ਵੀ ਜਿਹੜਾ ਉਹਦਾ ਹੋ ਸਕਦਾ ਹੈ ਤੁਹਾਡਾ। ਸੋ ਇਹ ਸਭ ਤੋਂ ਪਹਿਲਾਂ ਜਿਹੜਾ ਜਦੋਂ ਆਪਾਂ ਕ੍ਰੀਏਟ ਕੀਤਾ ਤਾਂ ਇਹ ਸਾਡੇ ਸਾਹਮਣੇ 3 ਚੀਜ਼ਾਂ ਆਈਆਂ। ਤਾਂ ਵਿਚਕਾਰ ਇੱਕ ਮੈਸੇਜ ਸਾਡੇ ਕੋਲ ਆ ਗਿਆ, ਕ੍ਰੀਏਟ ਕਲਾਸ ਵਰਕ। ਇਹ ਸਭ ਤੋਂ ਪਹਿਲਾ ਕੰਮ ਸਾਡਾ ਕਲਾਸ ਵਰਕ ਨੂੰ ਕ੍ਰੀਏਟ ਕਰਨ ਦਾ ਹੀ ਹੁੰਦਾ ਹੈ। ਸੋ ਇਹਦੇ 'ਤੇ ਨੈਕਸਟ ਕਰ ਦਿੱਤਾ ਆਪਾਂ। ਹੁਣ ਇਹਦੇ ਵਿੱਚ ਸਾਡੇ ਕੋਲ ਵੱਖ-ਵੱਖ ਆਪਸ਼ਨਸ ਹੈਗੀਆਂ, ਜਿਵੇਂ ਸਟਰੀਮ ਹੈ, ਇੱਧਰ ਪੀਪਲ ਲਿਖਿਆ ਹੋਇਆ ਹੈ, ਯਾਨੀ ਕਿ ਜਿਹੜੇ ਸਟੂਡੈਂਟਸ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੈ ਨਾ। ਸੋ ਉਹ ਇਹਦੇ ਵਿੱਚ ਆ ਜਾਣਗੇ। ਇਸੇ ਤਰੀਕੇ ਨਾਲ ਰਾਈਟ ਸਾਈਡ ਦੇ ਉੱਤੇ ਸੈਟਿੰਗਸ, ਇਹ ਵਾਲੀ ਜਿਹੜੀ ਆਪਸ਼ਨ ਹੈਗੀ ਇਹ ਸੈਟਿੰਗਸ ਹੈਗਾ। ਇਹ ਸੈਟਿੰਗਸ ਜਿਹੜੀਆਂ ਸਾਡੀਆਂ ਵੱਖ-ਵੱਖ ਉਹਨੂੰ ਆਪਾਂ ਬੰਦ ਕਰਕੇ ਹੁਣ ਆਪਾਂ ਇੱਕ-ਇੱਕ ਕਰਕੇ ਇਹਨਾਂ 4 ਚੀਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈਗਾ ਸਾਡੇ ਕੋਲ ਸਟਰੀਮ। ਸੋ ਸਟਰੀਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਂ ਕਲਾਸ ਇੰਟਰੋਡਕਸ਼ਨ ਟੂ ਇੰਗਲਿਸ਼ 1 ਲਿਖਿਆ ਹੋਇਆ। ਸੋ ਇਹਦੇ ਵਿੱਚ ਆਪਾਂ ਆਪਣੀ ਕਲਾਸ ਦੇ ਨਾਲ ਕਮਿਊਨੀਕੇਟ ਕਰ ਸਕਦੇ ਹਾਂ। ਅਸੀਂ ਜੋ ਕੁਛ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਇਸ ਕਲਾਸ ਦੇ ਨਾਲ, ਉਹ ਅਸੀਂ ਸਾਰਾ ਕੁਛ ਇੱਥੇ ਸ਼ੇਅਰ ਕਰਾਂਗੇ ਸਟਰੀਮ ਦੇ ਵਿੱਚ।
ਸੋ ਸਟਰੀਮ ਦੇ ਵਿੱਚ ਤੁਸੀਂ ਕ੍ਰੀਏਟ ਐਂਡ ਸ਼ੈਡਿਊਲ ਅਨਾਊਂਸਮੈਂਟਸ ਵੀ ਕਰ ਸਕਦੇ ਹੋ। ਆਪਾਂ ਕਰਕੇ ਦੇਖਦੇ ਹਾਂ। ਪਲੱਸ ਦੇ ਉੱਤੇ ਆਪਾਂ ਥੱਲੇ ਕਲਿੱਕ ਕੀਤਾ, ਰੀਯੂਜ਼ ਪੋਸਟ ਪਹਿਲਾਂ ਉੱਪਰ ਲਿਖਿਆ ਹੋਇਆ, ਜਿਹੜੀ ਪੋਸਟ ਜੇ ਪਹਿਲਾਂ ਕੋਈ ਹੈਗੀ ਉਹਨੂੰ ਤੁਸੀਂ ਵਰਤਣਾ। ਹੁਣ ਆਪਾਂ ਕਿਉਂਕਿ ਪਹਿਲਾਂ ਨਹੀਂ ਵਰਤੀ, ਆਪਾਂ ਕ੍ਰੀਏਟ ਅਨਾਊਂਸਮੈਂਟ ਦੇ ਉੱਤੇ ਕਲਿੱਕ ਕਰ ਦਿੱਤਾ। ਸੋ ਕ੍ਰੀਏਟ ਅਨਾਊਂਸਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਉਹਨੇ ਪੁੱਛਿਆ ਵੀ ਕਿਹਦੇ ਵਾਸਤੇ ਆਏ ਤਾਂ। ਸੋ 2 ਕਲਾਸਾਂ ਸੀਗੀਆਂ ਆਪਣੇ ਕੋਲ, ਹੈ ਨਾ। ਸੋ ਆਪਾਂ ਦੋਨਾਂ ਨੂੰ ਵੀ, ਉਹਨਾਂ ਵਾਸਤੇ ਵੀ ਕ੍ਰੀਏਟ ਕਰ ਸਕਦੇ ਹਾਂ। ਆਪਾਂ ਫਿਲਹਾਲ ਇੱਕ ਵਾਸਤੇ ਕ੍ਰੀਏਟ ਕਰ ਰਹੇ ਹਾਂ। ਉਹਦੇ ਨਾਲ ਹੀ ਸਾਡੇ ਕੋਲ ਆਪਸ਼ਨ ਹੈਗੀ ਆਲ ਸਟੂਡੈਂਟਸ ਦੀ, ਯਾਨੀ ਕਿ ਜੇ ਅਸੀਂ ਸਾਰੇ ਸਟੂਡੈਂਟਸ ਨੂੰ ਭੇਜਣੀ ਆ ਉਹ ਜਿਹੜੀ ਅਸਾਈਨਮੈਂਟ ਆ ਜਾਂ ਅਨਾਊਂਸਮੈਂਟ ਆ, ਕਿ ਕੁਝ ਸਟੂਡੈਂਟਸ ਨੂੰ ਭੇਜਣੀ, ਤਾਂ ਉਹਨੂੰ ਆਪਾਂ ਇੱਥੋਂ ਸਿਲੈਕਟ ਕਰ ਸਕਾਂਗੇ। ਹੁਣ ਇੱਥੇ ਆਪਾਂ ਆਪਣੀ ਜਿਹੜੀ ਅਨਾਊਂਸਮੈਂਟ ਹੈ ਉਹਦਾ ਟੌਪਿਕ ਲਿਖਾਂਗੇ, ਜਾਂ ਜੋ ਜਿਵੇਂ ਇਹਦੇ ਵਿੱਚ ਮੈਂ ਹੁਣ ਟਾਈਪ ਕਰ ਰਿਹਾ। ਓਕੇ, ਹੁਣ ਆਪਾਂ ਇਹਦੇ ਨਾਲ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਅਟੈਚਮੈਂਟਸ ਵੀ ਲਾ ਸਕਦੇ ਹਾਂ, ਜਿਹਨੂੰ ਅਸੀਂ ਅਪਲੋਡ ਕਰ ਸਕਦੇ ਹਾਂ। ਠੀਕ ਆ, ਤਾਂ ਅਪਲੋਡ ਜਿਹੜਾ ਕਰਨ ਵਾਸਤੇ ਆਪਾਂ ਗੂਗਲ ਡਰਾਈਵ ਦੀ ਵਰਤੋਂ ਕਰ ਸਕਦੇ ਹਾਂ। ਰੀਸੈਂਟਸ ਮਾਈ ਡਰਾਈਵ ਹੈ ਜਾਂ ਸਟਾਰਟ, ਜਿਹੜੇ ਉਹਦੇ ਵਿੱਚ ਕੁਝ ਤੁਸੀਂ ਡਾਕੂਮੈਂਟ ਆਪਦੇ ਰੱਖੇ ਹੋਏ ਆ ਗੂਗਲ ਡਰਾਈਵ ਦੇ ਉੱਤੇ, ਉਹਨਾਂ ਨੂੰ ਤੁਸੀਂ ਇੱਥੋਂ ਇਨਸਰਟ ਕਰ ਸਕਦੇ ਹੋ। ਇਹਦੇ ਤੋਂ ਇਲਾਵਾ ਇਹ ਇਨਸਰਟ ਫਾਈਲਸ ਦਾ ਸੀਗਾ ਆਪਸ਼ਨ, ਉਹਦੇ ਨਾਲ ਹੀ ਇਹ ਗੂਗਲ ਡਰਾਈਵ ਦਾ ਸਿੰਬਲ ਬਣਿਆ ਹੋਇਆ, ਇੱਥੋਂ ਸਿੱਧਾ ਗੂਗਲ ਡਰਾਈਵ ਦੇ ਉੱਤੇ ਆਪਾਂ ਪਹੁੰਚ ਜਾਂਦੇ ਹਾਂ। ਸੋ ਇਹ ਇਨਸਰਟ ਹੋ ਗਿਆ ਗੂਗਲ ਦਾ। ਇਹ ਤੀਸਰਾ ਆਪਸ਼ਨ ਸਾਡੇ ਕੋਲ YouTube ਦਾ ਹੈਗਾ। ਇਹ YouTube ਦਾ ਕੋਈ ਲਿੰਕ ਜਿਹੜਾ ਕੋਈ ਐਡਰੈਸ ਕਿਤੋਂ ਲੈ ਕੇ URL ਦੇ ਵਿੱਚ ਕਰ ਸਕਦੇ ਹੋ, ਜਾਂ YouTube ਦਾ ਇੱਥੋਂ ਆਪਾਂ ਵੀਡੀਓ ਸਰਚ ਵੀ ਕਰ ਸਕਦੇ ਹਾਂ। ਅਤੇ ਚੌਥੀ ਹੈਗੀ ਐਡ ਲਿੰਕ ਜਿਵੇਂ ਆਪਾਂ ਕੋਈ ਗੂਗਲ ਕੁਇਜ਼ ਜਾਂ ਗੂਗਲ ਫਾਰਮ ਬਣਾਇਆ, ਉਹਦਾ ਲਿੰਕ ਆਪਾਂ ਇੱਥੇ ਇਹਦੇ ਨਾਲ ਅਟੈਚ ਕਰ ਸਕਦੇ ਹਾਂ। ਉਸ ਤੋਂ ਬਾਅਦ ਫਿਰ ਜਿਹੜਾ ਆਪਾਂ ਕੰਮ ਕਰਨਾ ਹੁੰਦਾ ਉਹ ਇਹਨੂੰ ਪੋਸਟ ਕਰਨ ਦਾ ਕੰਮ ਹੁੰਦਾ, ਕਿ ਜਦੋਂ ਅਸੀਂ ਆਪਣੀ ਇਸ ਅਨਾਊਂਸਮੈਂਟ ਨੂੰ ਆਪਣੇ ਪੇਜ ਦੇ ਉੱਤੇ ਪਾਉਣਾ ਚਾਹੁੰਦੇ ਹਾਂ। ਹੁਣ ਇਹ ਪੋਸਟ ਨੂੰ ਸ਼ੈਡਿਊਲ ਵੀ ਕੀਤਾ ਜਾ ਸਕਦਾ, ਜੇ ਆਪਾਂ ਫਰਜ਼ ਕਰੋ ਹੁਣੇ ਨਹੀਂ ਪਾਉਣਾ ਚਾਹੁੰਦੇ। ਸੋ ਇਹਨੂੰ ਆਪਾਂ ਕਿਸੇ ਹੋਰ ਡੇਟ ਦੇ ਉੱਤੇ ਅਤੇ ਕੋਈ ਹੋਰ ਟਾਈਮ ਦੇ ਕੇ ਇਹਨੂੰ ਆਪਾਂ ਸ਼ੈਡਿਊਲ ਵੀ ਕਰ ਸਕਦੇ ਹਾਂ, ਤਾਂ ਕਿ ਉਸ ਦਿਨ ਇਹ ਜਿਹੜੀ ਪੋਸਟ ਹੈਗੀ ਹੈ ਇਹ ਤੁਹਾਡੇ ਜਿਹੜਾ ਸਟਰੀਮ ਹੈ ਆਪਣੀ ਉਹਦੇ ਵਿੱਚ ਅਪੀਅਰ ਹੋਵੇਗੀ। ਸੋ ਇਹ ਜੇ ਪਹਿਲਾਂ ਤੋਂ ਕੋਈ ਕੰਮ ਕਰਕੇ ਰੱਖਿਆ ਹੋਇਆ ਹੋਵੇ ਬੱਚਿਆਂ ਵਾਸਤੇ, ਐਡਵਾਂਸ ਦੇ ਵਿੱਚ ਤਿਆਰੀ ਜਿਹੜੀ ਕਰਨੀ ਉਹਦਾ ਇੱਕ ਭਾਗ ਇਹ ਬਣ ਜਾਂਦਾ। ਸੋ ਇਹ ਸਟਰੀਮ ਜਿਹੜਾ ਹੁੰਦਾ ਹੈ ਇਹਦੇ ਵਿੱਚ ਸਾਡੇ ਜਿਹੜੇ ਵੱਖ-ਵੱਖ ਜਿਹੜੀਆਂ ਤੁਸੀਂ ਜੋ ਅਨਾਊਂਸਮੈਂਟ ਪਾਉਂਦੇ ਜਾਂ ਜਿਹੜੀਆਂ ਪੋਸਟ ਪਾਉਂਦੇ ਹੋ ਉਹ ਇਹਦੇ ਵਿੱਚ ਸ਼ੋਅ ਹੁੰਦੀਆਂ। ਜਿਵੇਂ ਇਹ ਬਿਲਕੁਲ ਜਿਵੇਂ ਆਪਾਂ ਫੇਸਬੁੱਕ ਪੇਜ ਹੁੰਦਾ ਜਾਂ ਟਵਿੱਟਰ ਦਾ ਪੇਜ ਹੈਗਾ, ਸਿਰਫ ਬਿਲਕੁਲ ਉਸੇ ਤਰੀਕੇ ਨਾਲ ਇਹ ਦਿਖਾਈ ਦੇਵੇਗਾ। ਸੋ ਇਹਦੇ ਵਿੱਚ ਤੁਹਾਡੇ ਵੱਲੋਂ ਪਾਈਆਂ ਪੋਸਟਾਂ ਅਤੇ ਉਹਦੇ ਉੱਤੇ ਬੱਚਿਆਂ ਦੇ ਕਮੈਂਟਸ, ਇਸੇ ਤਰੀਕੇ ਨਾਲ ਬੱਚਿਆਂ ਦੀਆਂ ਪੋਸਟਾਂ ਅਤੇ ਉਹਨਾਂ ਦੇ ਉੱਪਰ ਤੁਹਾਡੇ ਕਮੈਂਟਸ ਜਿਹੜੇ ਆ ਉਹ ਵੀ ਇਹਦੇ ਵਿੱਚ ਇਸੇ ਤਰੀਕੇ ਨਾਲ ਦਿਖਾਈ ਦੇਣਗੇ। ਸੋ ਇਹ ਜਿਹੜਾ ਹੋ ਗਿਆ ਸਟਰੀਮ। ਇਹਦੇ ਵਿੱਚ ਇੱਥੇ ਜਿਵੇਂ ਆਪਾਂ ਸੇਵਡ ਅਨਾਊਂਸਮੈਂਟਸ ਹੁੰਦੀਆਂ ਉਹ ਵੀ ਆਪਾਂ ਦੇਖ ਸਕਦੇ ਹਾਂ। ਹੁਣ ਆਪਾਂ ਕਲਾਸ ਵਰਕ ਵਾਲੇ ਪਾਸੇ ਆਉਂਦੇ ਹਾਂ। ਕਲਾਸ ਵਰਕ ਜਿਹੜਾ ਹੈਗਾ ਉਹ ਇਹਦਾ ਮਤਲਬ ਮੂਲ ਆਧਾਰ ਹੈ ਗੂਗਲ ਕਲਾਸਰੂਮ ਦਾ, ਕਿਉਂਕਿ ਇਹਦੇ ਵਿੱਚ ਜੋ ਕੁਛ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਕ੍ਰੀਏਟ ਅਸਾਈਨਮੈਂਟਸ ਐਂਡ ਕੁਐਸਚਨਸ, ਯੂਜ਼ ਟੌਪਿਕਸ ਟੂ ਔਰਗੇਨਾਈਜ਼ ਕਲਾਸ ਵਰਕ ਔਰ ਆਰਡਰ ਵਰਕ ਦਾ ਵੇ ਯੂ ਵਾਂਟ ਸਟੂਡੈਂਟਸ ਟੂ ਸੀ ਇਟ, ਹੈ ਨਾ। ਸੋ ਇਹ ਉੱਪਰ ਕ੍ਰੀਏਟ ਹੈ, ਕ੍ਰੀਏਟ ਅਸਾਈਨਮੈਂਟ, ਕੁਐਸਚਨ, ਰੀਯੂਜ਼ ਪੋਸਟ ਔਰ ਟੌਪਿਕ। ਸੋ ਟੌਪਿਕ ਜਿਵੇਂ ਆਪਾਂ ਇੱਥੇ ਲੈ ਲਿਆ ਬੇਸਿਕ ਇੰਗਲਿਸ਼ ਕਨਵਰਸੇਸ਼ਨ, ਇਹਨੂੰ ਅਸੀਂ ਟੌਪਿਕ ਨੂੰ ਐਡ ਕਰ ਲਿਆ। ਸੋ ਇਹ ਸਾਡਾ ਟੌਪਿਕ ਬਣ ਗਿਆ। ਤਾਂ ਟੌਪਿਕ ਜਿਹੜੇ ਹੈਗੇ ਇੱਥੇ ਸਾਡੇ ਵੱਖ-ਵੱਖ ਟੌਪਿਕ ਹਰ ਕਲਾਸ ਦੇ ਵਿੱਚ ਦਿਖਾਈ ਦੇਣਗੇ। ਹੁਣ ਇਹ ਟੌਪਿਕ ਜਿਹੜਾ ਆਪਾਂ ਕ੍ਰੀਏਟ ਕੀਤਾ ਸੀਗਾ, ਇਹਦੇ ਵਿੱਚ ਇੱਕ ਹੋਰ ਟੌਪਿਕ ਜਿਹੜਾ ਆਪਾਂ ਇਹਨੂੰ ਕਰ ਦਿੰਦੇ ਹਾਂ, ਇੱਕ ਤੀਸਰਾ ਟੌਪਿਕ ਹੋਰ ਆਪਾਂ ਇਹਦੇ ਵਿੱਚ ਐਡ ਕਰ ਲਿਆ। ਹੁਣ ਇਹਨਾਂ ਟੌਪਿਕਸ ਨੂੰ ਆਪਾਂ ਅਰੇਂਜ ਵੀ ਕਰ ਸਕਦੇ ਹਾਂ, ਵੀ ਕਿਸੇ ਟੌਪਿਕ ਨੂੰ ਆਪਾਂ ਉੱਪਰ ਲੈ ਕੇ ਆਉਣਾ ਚਾਹੁੰਦੇ ਹਾਂ, ਕਿਸੇ ਨੂੰ ਨੀਚੇ ਭੇਜਣਾ ਚਾਹੁੰਦੇ ਹਾਂ, ਤਾਂ ਇਹ ਜਿਹੜਾ ਮੂਵ ਅਪ ਔਰ ਮੂਵ ਡਾਊਨ ਤੋਂ ਅਸੀਂ ਇਹਨਾਂ ਟੌਪਿਕਸ ਨੂੰ ਜਿਹੜਾ ਉਹਨਾਂ ਦੀ ਇੰਪੋਰਟੈਂਸ ਦੇਖਦੇ ਹੋਏ ਕਿ ਪਹਿਲਾਂ ਕਿਹੜਾ ਟੌਪਿਕ ਸ਼ੋਅ ਹੋਵੇ ਉਸ ਤੋਂ ਬਾਅਦ ਕਿਹੜਾ ਟੌਪਿਕ ਸ਼ੋਅ ਹੋਵੇ, ਇਹਨਾਂ ਨੂੰ ਅਰੇਂਜ ਵੀ ਇਹਨਾਂ ਟੌਪਿਕਸ ਨੂੰ ਕਰ ਸਕਦੇ ਹਾਂ। ਸੋ ਇਹ 3 ਟੌਪਿਕਸ ਜਿਹੜੇ ਆਪਾਂ ਇਹਦੇ ਵਿੱਚ ਕ੍ਰੀਏਟ ਕਰ ਲਏ ਆ। ਹੁਣ ਆਪਾਂ ਅਸਾਈਨਮੈਂਟ ਜਿਹੜੀ ਹੈ ਉਹ ਕ੍ਰੀਏਟ ਕਰਾਂਗੇ। ਸੋ ਅਸਾਈਨਮੈਂਟ ਵਾਸਤੇ ਉਵੇਂ ਕਿਹਦੇ ਵਾਸਤੇ ਹੈ, ਇੰਟਰੋਡਕਸ਼ਨ ਟੂ ਇੰਗਲਿਸ਼ ਵਾਸਤੇ ਆ, ਆਲ ਸਟੂਡੈਂਟਸ ਦੇ ਵਾਸਤੇ ਆ। ਹੁਣ ਅਸਾਈਨਮੈਂਟ ਦਾ ਇੱਕ ਟਾਈਟਲ ਆਪਾਂ ਦੇਤਾ ਇੱਥੇ, ਕਨਵਰਸੇਸ਼ਨ ਵਿਦ ਅਨਦਰ ਸਟੂਡੈਂਟ। ਹੁਣ ਇੱਥੇ ਇਹਦੀਆਂ ਕੁਝ ਇੰਸਟਰਕਸ਼ਨਸ ਜਿਹੜੀਆਂ ਉਹ ਵੀ ਲਿਖੀਆਂ ਜਾ ਸਕਦੀਆਂ, ਠੀਕ ਹੈ। ਫਿਰ ਇਹ ਜਿਹੜੀ ਅਸਾਈਨਮੈਂਟ ਆਪਾਂ ਦਿੱਤੀ ਹੈ ਵੀ ਇਹਦੇ ਕੋਈ ਨੰਬਰ ਦੇਣੇ ਆ, ਅਨਗ੍ਰੇਡਡ ਹੈ ਕਿ ਨੰਬਰ ਦੇਣੇ 100 ਦੇਣਾ, 50 ਦੇਣਾ, 200, ਜਿੰਨੇ ਵੀ ਤੁਸੀਂ ਦੇਣਾ ਚਾਹੁੰਦੇ ਹੋ। ਇਹਦੀ ਇੱਕ ਡੇਟ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਿ ਇਹ ਜਿਹੜੀ ਅਸਾਈਨਮੈਂਟ ਹੈ ਇੰਨੀ ਤਰੀਕ ਤੱਕ ਔਰ ਇੰਨੇ ਟਾਈਮ ਤੱਕ ਜਿਹੜੀ ਹੈ ਤੁਸੀਂ ਬੱਚਿਆਂ ਨੇ ਇਹ ਸਬਮਿਟ ਕਰਵਾਉਣੀ ਹੈਗੀ ਆ। ਅਸਾਈਨਮੈਂਟ ਦੇ ਨਾਲ ਵੀ ਨੀਚੇ ਤੁਸੀਂ ਲਿੰਕ ਵੀ ਕਰ ਸਕਦੇ ਹੋ ਚੀਜ਼ਾਂ, ਕੋਈ ਫਾਈਲ ਅਪਲੋਡ ਕਰ ਸਕਦੇ ਹੋ, ਕੋਈ YouTube ਦਾ ਲਿੰਕ ਪਾ ਸਕਦੇ ਹੋ, ਜਾਂ ਕਿਸੇ ਗੂਗਲ ਫਾਰਮ ਵਗੈਰਾ ਦਾ ਲਿੰਕ ਜਿਹੜਾ ਉਹ ਵੀ ਇੱਥੇ ਸ਼ੇਅਰ ਕਰ ਸਕਦੇ ਹੋ। ਸੋ ਇੱਥੇ ਅਸਾਈਨ
ਆਪਾਂ ਹੁਣ ਇਹ ਕਰ ਦਿੰਦੇ ਹਾਂ। ਹੁਣ ਇਹ ਅਸਾਈਨ ਕੀਤਾ ਆਪਾਂ ਟੌਪਿਕ ਆਪਣਾ, ਅਤੇ ਇਸ ਉੱਪਰ ਬਿਲਕੁਲ ਉੱਪਰ ਤੁਸੀਂ ਟੌਪ ਦੇ ਉੱਤੇ ਦੇਖ ਸਕਦੇ ਹੋ। ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜਾ ਅਸਾਈਨਮੈਂਟ ਹੈ, ਕਿਉਂਕਿ ਆਪਾਂ ਪਹਿਲਾਂ 3 ਟੌਪਿਕਸ ਵੀ ਕ੍ਰੀਏਟ ਕੀਤੇ ਸੀ, ਬੇਸਿਕ ਇੰਗਲਿਸ਼ ਕਨਵਰਸੇਸ਼ਨ, ਫੂਡ ਵੋਕੈਬਲਰੀ ਅਤੇ ਫੈਮਿਲੀ ਵੋਕੈਬਲਰੀ ਵਾਲੇ। ਆਪਾਂ ਚਾਹੁੰਦੇ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਇਹ ਅਪੀਅਰ ਹੋਵੇ। ਸੋ ਆਪਾਂ ਹੁਣ ਇਹ ਟੌਪਿਕ ਜਿਹੜਾ, ਕਿਉਂਕਿ ਆਪਾਂ ਪਹਿਲਾਂ ਟੌਪਿਕ ਸਿਲੈਕਟ ਨਹੀਂ ਸੀ ਕੀਤਾ, ਹੁਣ ਆਪਾਂ ਇਹਨਾਂ ਤਿੰਨਾਂ 'ਚੋਂ ਇੱਕ ਟੌਪਿਕ ਸਿਲੈਕਟ ਕਰ ਲਿਆ। ਇਹਨੂੰ ਹੁਣ ਆਪਾਂ ਸੇਵ ਕਰ ਦਿਆਂਗੇ। ਸੋ ਹੁਣ ਇਹ ਦੇਖੋ, ਬੇਸਿਕ ਇੰਗਲਿਸ਼ ਕਨਵਰਸੇਸ਼ਨ ਦੇ ਵਿੱਚ ਜਿਹੜਾ ਉਹ ਅਸਾਈਨਮੈਂਟ ਜਿਹੜੀ ਆ ਹੁਣ ਉਹ ਸ਼ੋ ਹੋ ਰਹੀ ਹੈ। ਜੇ ਤੁਸੀਂ ਇੱਕ ਤੋਂ ਵੱਧ 'ਚ ਚਾਹੁੰਦੇ ਤਾਂ ਬਾਲਿਆਂ ਦੇ ਵਿੱਚ ਵੀ ਕਰ ਸਕਦੇ ਹੋ। ਇਸੇ ਤਰੀਕੇ ਨਾਲ ਕੁਐਸਚਨ ਵੀ ਆਪਾਂ ਇਹਦੇ ਵਿੱਚ ਪੋਸਟ ਕਰ ਸਕਦੇ ਹੁੰਦੇ ਹਾਂ। ਸੋ ਕੁਐਸਚਨ ਜਿਹੜਾ ਇਹਦੇ ਵਿੱਚ ਆਪਾਂ ਇੱਕ ਪਾ ਦਿੱਤਾ, ਵਾਈ ਇਜ਼ ਇਟ ਇੰਪੋਰਟੈਂਟ ਟੂ ਇੰਪਰੂਵ ਆਵਰ ਇੰਗਲਿਸ਼ ਸਕਿੱਲਸ। ਉਹਦੇ ਇੰਸਟਰਕਸ਼ਨਸ ਕੋਈ ਦੇਤੀਆਂ ਵੀ ਕੀ ਇੰਸਟਰਕਸ਼ਨ ਮਤਲਬ ਕਰਨਾ, ਬੱਚਿਆਂ ਨੇ ਕਿਸ ਤਰੀਕੇ ਨਾਲ ਉਹਦਾ ਜਵਾਬ ਦੇਣਾ ਹੈਗਾ, ਉਹਦੇ ਪੁਆਇੰਟਸ ਹੈਗੇ ਆ, ਉਹ ਟੌਪਿਕ ਉਹਦਾ ਕੀ ਹੋਊਗਾ, ਉਹ ਵੀ ਆਪਾਂ ਇਹਦੇ ਵਿੱਚ ਸਿਲੈਕਟ ਕਰ ਲਿਆ ਹੈ ਨਾ। ਫਿਰ ਉਹਦਾ ਆਨਸਰ ਕਿਸ ਸ਼ਾਰਟ ਆਨਸਰ ਟਾਈਪ ਹੈ ਜਾਂ ਮਲਟੀਪਲ ਚੋਇਸ ਦੇਣਾ, ਆਪਾਂ ਉਹ ਵੀ ਦੇ ਸਕਦੇ ਹਾਂ। ਫਿਰ ਇਹਦੀਆਂ ਕੁਛ ਇਹਦੀਆਂ ਸੈਟਿੰਗਸ ਹੈਗੀਆਂ, ਜਿਵੇਂ ਕਿ ਸਟੂਡੈਂਟਸ ਕੈਨ ਐਡਿਟ ਆਨਸਰ, ਕਿਉਂਕਿ ਬੱਚੇ ਤੋਂ ਇੱਕ ਵਾਰੀ ਗਲਤ ਹੋ ਗਿਆ ਤਾਂ ਉਹ ਤੋਂ ਬਾਅਦ ਉਹਨੂੰ ਐਡਿਟ ਵੀ ਕਰ ਸਕੇ। ਸੋ ਇਹ ਜਿਹੜੀਆਂ ਇਹਦੇ ਵਿੱਚ ਇਹਨੂੰ ਆਪਾਂ ਸ਼ੈਡਿਊਲ ਵੀ ਕਰ ਸਕਦੇ ਹਾਂ। ਸੋ ਇਹ ਜਿਹੜੀ ਹੈਗੀ ਆ, ਮਤਲਬ ਕੋਈ ਵੀ ਟੌਪਿਕ ਹੈ ਜਾਂ ਕੋਈ ਕੁਐਸਚਨ ਹੈ, ਆਪਾਂ ਇਸ ਤਰੀਕੇ ਨਾਲ ਉਹਨੂੰ ਪੋਸਟ ਕਰ ਦਿੰਦੇ। ਹੁਣ ਆਪਾਂ ਉਹ ਪਹਿਲੀ ਕਲਾਸ ਦੇ ਜਾਂ ਪਹਿਲੇ ਟੌਪਿਕ ਦੇ ਵਿੱਚ ਆਪਾਂ 2 ਜਿਹੜੀਆਂ ਅਸਾਈਨਮੈਂਟਸ ਜਿਹੜੀਆਂ ਉਹ ਪੋਸਟ ਕੀਤੀਆਂ, ਇੱਕ ਅਸਾਈਨਮੈਂਟ ਪੋਸਟ ਕੀਤੀ, ਇੱਕ ਕੁਐਸਚਨ ਜਿਹੜਾ ਹੈਗਾ ਉਹ ਆਪਾਂ ਪੋਸਟ ਕੀਤਾ ਹੈ। ਸੋ ਇਹਨਾਂ ਅਸਾਈਨਮੈਂਟਸ ਅਤੇ ਇਹਨਾਂ ਕੁਐਸਚਨਸ ਨੂੰ ਜਿਹੜੇ ਬੱਚੇ ਆਪਾਂ ਇੱਥੇ ਐਡ ਕੀਤੇ ਹੋਏ ਹੋਣਗੇ ਉਹਨਾਂ ਨੂੰ ਇਹ ਸਾਰਾ ਕੁਛ ਦਿਖਾਈ ਦਿੰਦਾ ਰਹੇਗਾ। ਫਿਲਹਾਲ ਕਿਉਂਕਿ ਆਪਾਂ ਇਹਦੇ 'ਤੇ ਵਿਦਿਆਰਥੀ ਐਡ ਨਹੀਂ ਕੀਤੇ, ਇਸ ਕਰਕੇ ਇਹਦੇ ਵਿੱਚ ਇਹ ਹੁਣ ਆਪਾਂ ਇਹਨੂੰ ਅਸਾਈਨਮੈਂਟ ਨੂੰ ਆਪਾਂ ਇੱਥੇ ਦੇਖ ਵੀ ਸਕਦੇ ਹਾਂ ਵੀ ਅਸਾਈਨਮੈਂਟ ਜਿਹੜੀ ਹੈ ਕਿ ਇਹ ਖੱਬੇ ਹੱਥ 'ਚ ਕਿੰਨੇ ਸਟੂਡੈਂਟਸ ਨੇ ਵੇਖੀ, ਉਹਦੀ ਗਿਣਤੀ ਆ ਜਾਣੀ ਸੀ। ਜਿਵੇਂ ਇਹਦੇ 'ਚ ਤੁਸੀਂ ਦੇਖ ਰਹੇ ਹੋ ਟਰਨਡ 0 ਜਿਹੜਾ ਆਇਆ ਹੈਗਾ, ਇਹ ਜਿਵੇਂ ਬੱਚੇ ਜਿਵੇਂ ਤੁਸੀਂ ਵਿਦਿਆਰਥੀਆਂ ਨੂੰ ਇਹਦੇ ਵਿੱਚ ਐਡ ਕੀਤਾ ਹੋਊਗਾ ਤਾਂ ਕਿੰਨੇ ਵਿਦਿਆਰਥੀਆਂ ਨੇ ਉਹ ਦੇਖ ਲਈ ਅਤੇ ਕਿੰਨਿਆਂ ਨੇ ਉਹ ਸੋਲਵ ਕੀਤੀ ਹੈ, ਉਹ ਸਾਰੇ ਜਿਹੜੇ ਹੈਗੇ ਆ ਵਿਦਿਆਰਥੀ ਤੁਹਾਡੇ, ਉਹਨਾਂ ਦੀ ਗਿਣਤੀ ਇਹਦੇ ਵਿੱਚ ਅਪੀਅਰ ਹੋ ਜਾਵੇਗੀ। ਇਹਦੇ ਵਿੱਚ ਤੁਸੀਂ ਕਲਾਸ ਡਰਾਈਵ ਫੋਲਡਰ ਵੀ ਆਪਣਾ ਚੈੱਕ ਕਰ ਸਕਦੇ ਹੋ, ਕਿਉਂਕਿ ਜਦੋਂ ਆਪਾਂ ਗੂਗਲ ਦਾ ਅਕਾਊਂਟ ਬਣਾਉਂਦੇ ਆ ਤਾਂ ਮਾਈ ਡਰਾਈਵ ਜਿਹੜਾ ਹੈਗਾ ਹਰੇਕ ਨੂੰ ਆਪਣੇ ਆਪ ਆਟੋਮੈਟਿਕਲੀ ਉਹਦਾ ਡਰਾਈਵ ਜਿਹੜੀ ਹੈ ਕ੍ਰੀਏਟ ਹੋ ਜਾਂਦੀ ਹੈ। ਸੋ ਆਪਣਾ ਜਿਹੜਾ ਕਲਾਸਰੂਮ ਜਿਹੜਾ ਹੈਗਾ ਡਾਇਰੈਕਟਲੀ ਉਹਦੇ ਵਿੱਚ ਇਹਦਾ ਫੋਲਡਰ ਆਪਣੇ ਆਪ ਹੀ ਆਪਾਂ ਨੂੰ ਨਹੀਂ ਬਣਾਉਣਾ ਪੈਂਦਾ, ਆਟੋਮੈਟਿਕਲੀ ਬਣ ਜਾਂਦਾ। ਸੋ ਗੂਗਲ ਡਰਾਈਵ ਦੇ ਵਿੱਚ ਜਿਹੜੇ ਹੈਗੇ ਤੁਸੀਂ ਆਪਣਾ ਮਟੀਰੀਅਲ ਹੈ, ਜੋ ਵੀ ਤੁਹਾਡੀਆਂ ਫਾਈਲਸ ਤੁਸੀਂ ਬੱਚਿਆਂ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਹੋ ਕਿਸੇ ਸਮੇਂ 'ਤੇ, ਤੁਸੀਂ ਉਹਨਾਂ ਨੂੰ ਗੂਗਲ ਡਰਾਈਵ ਦੇ ਵਿੱਚ ਪਾ ਕੇ ਰੱਖ ਸਕਦੇ ਹੋ, ਤਾਂ ਕਿ ਤੁਹਾਨੂੰ ਹਰ ਵੇਲੇ ਆਪਣਾ ਕੰਪਿਊਟਰ ਜਾਂ ਆਪਣਾ ਮੋਬਾਈਲ ਜਿਹੜਾ ਕੈਰੀ ਨਾ ਕਰਨਾ ਪਵੇ। ਤੁਸੀਂ ਜਿੱਥੇ ਵੀ ਹੈਗੇ ਹੋ ਤੁਸੀਂ ਜਸਟ ਲੌਗਇਨ ਕਰਨਾ ਅਤੇ ਆਪਣੀ ਗੂਗਲ ਡਰਾਈਵ ਦੇ ਵਿੱਚੋਂ ਚੱਕ ਕੇ ਮਟੀਰੀਅਲ ਜਿਹੜਾ ਤੁਸੀਂ ਆਪਣੇ ਬੱਚਿਆਂ ਦੇ ਨਾਲ ਉਹ ਸ਼ੇਅਰ ਕਰ ਸਕਦੇ ਹੋ। ਇਸੇ ਤਰੀਕੇ ਨਾਲ ਗੂਗਲ ਕੈਲੰਡਰ ਦੇ ਨਾਲ ਵੀ ਇਹ ਆਟੋਮੈਟਿਕਲੀ ਜੁੜਿਆ ਹੋਇਆ ਹੈਗਾ। ਸੋ ਜਿਹੜੀਆਂ ਤੁਸੀਂ ਇਹਦੇ ਵਿੱਚ ਜਿਵੇਂ ਆਪਾਂ ਸ਼ੈਡਿਊਲ ਕੀਤਾ ਸੀਗਾ ਕਿਸੇ ਪ੍ਰੋਗਰਾਮ ਨੂੰ, ਉਹ ਜਿਹੜੇ ਸ਼ੈਡਿਊਲਡ ਪ੍ਰੋਗਰਾਮਸ ਹੈਗੇ ਆ ਜਾਂ ਤੁਹਾਡੀਆਂ ਕੁਛ ਅਨਾਊਂਸਮੈਂਟਸ ਹੈਗੀਆਂ ਨੇ, ਉਹਨੂੰ ਬੱਚਿਆਂ ਤੱਕ ਦੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਬੱਚੇ ਆਪਣੇ ਮੋਬਾਈਲ ਦੇ ਵਿੱਚ ਜਾਂ ਆਪਣੇ ਕੰਪਿਊਟਰ ਦੇ ਉੱਤੇ ਉਹਨੂੰ ਕੈਲੰਡਰ ਨੂੰ ਖੋਲ੍ਹ ਕੇ ਦੇਖ ਸਕਦੇ ਕਿ ਕੀ ਹੋਣ ਵਾਲਾ ਹੈ। ਇਹ ਜਿਹੜਾ ਪੀਪਲ ਜਿਹੜਾ ਹੈਗਾ, ਇਹਦੇ ਵਿੱਚ ਅਸੀਂ ਜਿੰਨੇ ਲੋਕਾਂ ਨੂੰ ਐਡ ਕੀਤਾ ਹੋਊਗਾ, ਜਿਵੇਂ ਟੀਚਰਸ ਉੱਪਰ ਟੀਚਰ ਇੱਕ ਹੀ ਹੈ ਫਿਲਹਾਲ, ਕੋਈ ਹੋਰ ਟੀਚਰ ਐਡ ਨਹੀਂ ਕੀਤਾ, ਅਤੇ ਸਟੂਡੈਂਟਸ, ਉਹ ਸਾਰਿਆਂ ਦੀ ਲਿਸਟ ਜਿਹੜੀ ਹੈ ਜਦੋਂ ਐਡ ਹੋ ਜਾਣਗੇ ਇੱਥੇ ਜਿਹੜੀ ਆ ਉਹ ਅਪੀਅਰ ਹੋ ਜਾਵੇਗੀ। ਸਟੂਡੈਂਟਸ ਨੂੰ ਐਡ ਕਰਨ ਵਾਸਤੇ ਇੱਥੇ ਜਿਹੜਾ ਇਹ ਸਿੰਬਲ ਬਣਿਆ ਹੋਇਆ, ਇਹਦੇ ਉੱਤੇ ਪਲੱਸ ਦੇ ਸਿੰਬਲ ਦੇ ਉੱਤੇ ਆਪਾਂ ਕਲਿੱਕ ਕਰਾਂਗੇ ਤਾਂ ਉਹਦੇ ਨਾਲ ਸਟੂਡੈਂਟਸ ਜਿਹੜੇ ਆ ਉਹ ਐਡ ਹੋ ਸਕਦੇ ਆ। ਇੱਕ ਹੋਰ ਤਰੀਕਾ ਵੀ ਹੁੰਦਾ ਕਿ ਨੀਚੇ ਕਲਾਸ ਕੋਡ ਜਿਹੜਾ ਹਰ ਇਹਦੇ ਨੀਚੇ ਅਪੀਅਰ ਹੋ ਰਿਹਾ ਹੈਗਾ, ਉਸ ਕਲਾਸ ਕੋਡ ਨੂੰ ਭਰ ਕੇ ਜਦੋਂ ਆਪਾਂ ਸ਼ੁਰੂ ਦੇ ਵਿੱਚ ਕ੍ਰੀਏਟ ਕਲਾਸ ਕੀਤੀ ਸੀਗੀ ਉਹ 'ਚ ਜੁਆਇਨ ਕਰਕੇ ਉੱਥੇ ਭਰ ਕੇ ਵੀ ਕਰ ਸਕਦੇ ਹਾਂ। ਜਾਂ ਇਨਵਾਈਟ ਸਟੂਡੈਂਟਸ ਦੀ ਜਿਹੜੀ ਇਹਦੇ 'ਤੇ ਆਪਸ਼ਨ ਹੈਗੀ ਹੈ, ਉਹਦੇ ਵਿੱਚ ਆਪਾਂ ਬੱਚੇ ਦਾ ਈਮੇਲ ਆਈਡੀ ਜਿਹੜੀ ਭਰਾਂਗੇ ਉਹਨੂੰ ਮੇਲ ਚਲੀ ਜਾਵੇਗੀ ਅਤੇ ਉਹ ਉਹਦੇ ਐਡ ਕਰਕੇ ਜਿਹੜਾ ਹੈਗਾ ਕਲਾਸ ਨੂੰ ਜੁਆਇਨ ਕਰ ਸਕਦਾ ਹੈਗਾ। ਹੁਣ ਆਪਾਂ ਇਹਦੇ ਵਿੱਚ ਸੈਟਿੰਗਸ ਜਿਹੜੀਆਂ ਹੈਗੀਆਂ ਉਹ ਵੀ ਥੋੜ੍ਹੀਆਂ ਜਿਹੀਆਂ ਦੇਖ ਲਈਏ। ਸੋ ਪਹਿਲੀ ਸੈਟਿੰਗ ਜਿਹੜੀ ਆ ਉਹ ਇੰਟਰੋਡਕਸ਼ਨ, ਇਹਦਾ ਜੇ ਆਪਾਂ ਟਾਈਟਲ ਚੇਂਜ ਕਰਨਾ ਹੋਵੇ ਉਹ ਵੀ ਕਰ ਸਕਦੇ ਹਾਂ। ਫਿਰ ਕਲਾਸ ਕੋਡ ਜਿਹੜਾ ਸਾਹਮਣੇ ਦਿਸਦਾ ਪਿਆ ਇਹਨੂੰ ਕਾਪੀ ਕਰ ਸਕਦੇ, ਇਹਨੂੰ ਡਿਸਪਲੇ ਦੇ ਉੱਤੇ ਕਲਿੱਕ ਕਰਾਂਗੇ ਤਾਂ ਇੱਦਾਂ ਵੱਡਾ ਕੋਡ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ, ਇਹਨੂੰ ਆਪਾਂ ਕਾਪੀ ਵੀ ਕਰ ਸਕਦੇ ਹਾਂ। ਇਹਨੂੰ ਆਪਾਂ ਜੇ ਆਪਾਂ ਚਾਹੀਏ ਜਦੋਂ ਕਲਾਸ ਬੰਦ ਕਰਨੀ ਆਪਾਂ ਇਹਨੂੰ ਡਿਸੇਬਲ ਵੀ ਕਰ ਸਕਦੇ ਹਾਂ ਸੈਸ਼ਨ ਦੇ ਐਂਡ 'ਤੇ ਜਾ ਕੇ। ਇਸੇ ਤਰੀਕੇ ਨਾਲ ਜਿਹੜੀ ਸਟਰੀਮ ਸੀਗੀ ਸਾਡੀ, ਉਹਦੇ ਵਿੱਚ ਕੌਣ ਕਮੈਂਟ ਕਰ ਸਕਦਾ, ਸਟੂਡੈਂਟਸ ਕੈਨ ਓਨਲੀ ਕਮੈਂਟ ਔਰ ਓਨਲੀ ਟੀਚਰਸ ਕੈਨ ਪੋਸਟ ਔਰ ਸਟੂਡੈਂਟਸ ਕੈਨ ਪੋਸਟ ਐਂਡ ਕਮੈਂਟ, ਹੈ ਨਾ। ਇਹ ਸਭ ਆਪਸ਼ਨਸ ਜਿਹੜੀਆਂ ਇਹਦੇ ਵਿੱਚ ਦਿੱਤੀਆਂ ਹੋਈਆਂ। ਫਿਰ ਇੱਕ ਆਪਸ਼ਨ ਹੈਗੀ ਹੈ ਸ਼ੋ ਡਿਲੀਟਡ ਆਈਟਮਸ, ਕਿਉਂਕਿ ਕਈ ਵਾਰੀ ਆਈਟਮ ਜਦੋਂ ਆਪਾਂ ਕਲਾਸ ਟੈਸਟ ਲੈ ਲਿਆ ਉਹ ਤੋਂ ਬਾਅਦ ਆਪਾਂ ਡਿਲੀਟ ਕਰਤਾ, ਜੇ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਬਾਅਦ 'ਚ ਵੀ ਦੇਖਣਾ ਚਾਹੀਏ ਜਾਂ ਸਾਡੇ ਵਿਦਿਆਰਥੀ ਵੇਖ ਸਕਣ ਤਾਂ ਉਹਨੂੰ ਵੀ ਉਹ ਸੈਟਿੰਗ ਦੇ ਵਿੱਚ ਆਪਾਂ ਇਨੇਬਲ ਕਰ ਸਕਦੇ ਹਾਂ ਜਾਂ ਡਿਸੇਬਲ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਜਿਹੜੇ ਹੈਗੇ ਅਸੀਂ ਵੱਖ-ਵੱਖ ਵਿਦਿਆਰਥੀਆਂ ਨੂੰ ਅਤੇ ਵੱਖ-ਵੱਖ ਅਧਿਆਪਕਾਂ ਨੂੰ ਇਹਦੇ 'ਚ ਐਡ ਕਰ ਸਕਦੇ ਹਾਂ। ਹੁਣ ਆਪਾਂ ਜੇ ਇਹਨੂੰ ਦੇਖਣਾ ਹੋਵੇ ਤਾਂ ਖੱਬੇ ਹੱਥ ਜਿਹੜਾ ਅਸੀਂ 3 ਲਾਈਨਾਂ ਸੀ ਉਹਨੂੰ ਕਲਿੱਕ ਕੀਤਾ, ਸੋ ਉੱਪਰ ਕਲਾਸਿਸ ਆ ਗਿਆ।
ਕਲਾਸਿਸ ਦੇ ਉੱਤੇ ਹੇਠਾਂ ਕੈਲੰਡਰ ਸੀ, ਕਲਾਸਿਸ ਉੱਤੇ ਕਲਿੱਕ ਕੀਤਾ ਤੇ ਇਹ ਜਿਹੜਾ ਹੋਮ ਪੇਜ ਜਿਹੜਾ ਆਪਣਾ ਜਦੋਂ ਆਪਾਂ ਇਹਨੂੰ ਲੌਗਇਨ ਕਰਾਂਗੇ ਉਹ ਵੀ ਉਦੋਂ ਵੀ ਇਹੀ ਪੇਜ ਖੁੱਲ੍ਹੇਗਾ। ਅਤੇ ਜੇ ਆਪਾਂ ਕਿਸੇ ਹੋਰ ਪੇਜ 'ਤੇ ਹੋਈਏ ਤਾਂ ਉਹ ਜਿਹੜੀਆਂ ਉੱਪਰ ਲੈਫਟ ਸਾਈਡ 'ਤੇ 3 ਲਾਈਨਸ ਹੈਗੀਆਂ ਉਹਦੇ ਵਿੱਚੋਂ ਆਪਾਂ ਕਲਾਸਿਸ ਸਿਲੈਕਟ ਕੀਤਾ ਸੀਗਾ ਅਤੇ ਸਾਡੀਆਂ ਦੋਨੋਂ ਕਲਾਸਾਂ ਇੱਥੇ ਜਿਹੜੀਆਂ ਉਹ ਸ਼ੋਅ ਹੋ ਰਹੀਆਂ। ਜੇ ਇੱਥੇ ਤੁਸੀਂ 5 ਕਲਾਸਾਂ ਬਣਾਈਆਂ ਹੋਣਗੀਆਂ ਤਾਂ 5 ਵੀ ਸ਼ੋਅ ਹੋ ਜਾਣਗੀਆਂ। ਸੋ ਜਿੰਨੀਆਂ ਵੀ ਕਲਾਸਿਸ ਤੁਸੀਂ ਬਣਾਈਆਂ ਉਸ ਤੁਹਾਡੀਆਂ ਇੱਥੇ ਅਪੀਅਰ ਹੋ ਜਾਂਦੀਆਂ ਨੇ। ਇਹਦੇ ਵਿੱਚ ਆਪਾਂ ਕਲਾਸ ਨੂੰ ਐਡਿਟ ਵੀ ਕਰ ਸਕਦੇ ਹਾਂ, ਉਹਨੂੰ ਆਪਾਂ ਕਲਾਸ ਨੂੰ ਕਾਪੀ ਵੀ ਕਰ ਸਕਦੇ ਹਾਂ। ਹੁਣ ਜਿਵੇਂ ਮੰਨ ਲਓ ਇਹ ਸੈਸ਼ਨ ਜਦੋਂ ਇਹ ਖਤਮ ਹੋ ਜਾਂਦਾ, ਤੁਸੀਂ ਚਾਹੁੰਦੇ ਹੋ ਕਿ ਅਗਲੇ ਸੈਸ਼ਨ ਦੇ ਵਿੱਚ ਫਿਰ ਇਹ ਅਸਾਈਨਮੈਂਟਸ ਅਤੇ ਇਹ ਸਾਰੇ ਪ੍ਰੋਗਰਾਮ ਤੁਸੀਂ ਯੂਜ਼ ਕਰ ਸਕੋ, ਤਾਂ ਤੁਸੀਂ ਇਹਨੂੰ ਕਾਪੀ ਕਰ ਸਕਦੇ। ਇਹ ਕਾਪੀ ਹੋ ਗਿਆ, ਇਹ ਸਾਰਾ ਜਿਹੜਾ ਬਾਕੀ ਸਾਰਾ ਮਟੀਰੀਅਲ ਕਾਪੀ ਹੋ ਜਾਵੇਗਾ, ਇਕੱਲੇ ਸਟੂਡੈਂਟਸ ਕਾਪੀ ਨਹੀਂ ਹੁੰਦੇ। ਸਟੂਡੈਂਟਸ ਉਹਦੇ ਵਿੱਚ 0 ਰਹਿਣਗੇ, ਉਹ ਆਪਾਂ ਸਟੂਡੈਂਟ ਦੁਬਾਰਾ ਐਡ ਕਰ ਸਕਦੇ ਹਾਂ। ਇਸੇ ਤਰੀਕੇ ਨਾਲ